मोदी सरकार हाय हाय। बैंक विरोधी मोदी इनकलाब जिंदाबाद, इनकलाब जिंदाबाद, जिंदाबाद 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 जिंदाबाद। देश भर ਵਿੱਚ ਸਰਕਾਰੀ ਬੈਂਕਾਂ ਦੀ 2 ਦਿਨਾਂ ਦੀ ਹੜਤਾਲ ਨੂੰ ਲੈ ਕੇ ਜਿੱਥੇ ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਬੰਦ ਕਰਕੇ ਹੜਤਾਲ ਤੇ ਬੈਠੇ ਨੇ, ਉੱਥੇ ਹੀ ਧੂਰੀ 'ਚ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਕਾਮਰੇਡ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਅਧਿਕਾਰੀ 2 ਦਿਨਾਂ ਦੀ ਹੜਤਾਲ ਦੇ ਉੱਤੇ ਆ। ਇਹ ਹੜਤਾਲ ਜੋ ਫਾਈਨਾਂਸ ਮਿਨਿਸਟਰ ਨੇ ਅਨਾਉਂਸ ਕੀਤਾ ਵੀ 2 ਬੈਂਕ ਜਿਹੜੇ ਨੇ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾਊਗਾ, ਉਸ ਦੀ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ। ਇਹ ਲੜਾਈ ਇੱਕ ਦੇਸ਼ ਭਗਤੀ ਦੀ ਲੜਾਈ ਆ। ਬੈਂਕ ਕਰਮਚਾਰੀ ਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂ। ਇਸ ਲਈ 2 ਦਿਨਾਂ ਦੀ ਹੜਤਾਲ ਪੈਸੇ ਕਟਾ ਕੇ ਅਸੀਂ ਜਿਹੜੀ ਹੜਤਾਲ ਕਰ ਰਹੇ ਹਾਂ, ਕਿਉਂਕਿ ਇਹ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨਾ ਇਸ ਕਰਕੇ ਕਰ ਰਹੇ ਆ ਜਿਹੜਾ ਲੋਕਾਂ ਦਾ ਬੜੇ ਧਨਾੜ ਬੈਂਕਾਂ ਦਾ ਕਰਜ਼ ਨਹੀਂ ਮੋੜ ਰਹੇ, ਉਹਨਾਂ ਲੋਕਾਂ ਨੂੰ ਬੈਂਕ ਵੇਚਣ ਜਾ ਰਹੇ ਨੇ, ਉਹਨਾਂ ਲੋਕਾਂ ਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ। ਇਹ ਪਹਿਲਾਂ ਡਿਫਾਲਟਰ ਸੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਤੋਂ ਲੈ ਕੇ ਪਬਲਿਕ ਸੈਕਟਰ ਕੀਤਾ ਗਿਆ। ਦੇਸ਼ ਦੀ ਡਿਵੈਲਪਮੈਂਟ ਹੋਈ, ਗ੍ਰੀਨ ਰੈਵੋਲੂਸ਼ਨ ਆਇਆ, ਵਾਈਟ ਰੈਵੋਲੂਸ਼ਨ ਆਇਆ, ਇਨਫਰਾਸਟ੍ਰਕਚਰ ਵਧਿਆ। ਪਰ ਇਹਨਾਂ ਬੈਂਕਾਂ ਨੂੰ ਪੁੱਠਾ ਗੇੜ ਦੇ ਕੇ ਕੀਤਾ ਜਿਹੜਾ ਹਿੰਦੁਸਤਾਨ ਦਾ ਬੈਂਕ ਕਰਮਚਾਰੀ ਅਧਿਕਾਰੀ ਤੇ ਸਮੁੱਚੀ ਜਨਤਾ ਜਿਹੜੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਸਭ ਤੋਂ ਜ਼ਿਆਦਾ ਨੁਕਸਾਨ ਇੱਕ ਗਰੀਬ ਮਜ਼ਦੂਰ ਮੁਲਾਜ਼ਮ ਛੋਟੇ ਬਿਜ਼ਨਸਮੈਨ ਨੂੰ ਹੋਣਾ। ਇਸ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਲੜਾਈ ਸਾਥ ਦੇਣ। ਅਗਲਾ ਕਦਮ ਇਸ ਲੜਾਈ ਨੂੰ ਹੋਰ ਤਿੱਖਾ ਅਣਮਿੱਥੇ ਸਮੇਂ ਲਈ ਵੀ ਕੀਤਾ ਜਾ ਸਕਦਾ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਉਹਨਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਆਪਣੀ ਤਨਖਾਹ ਘਟਾ ਕੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਲੋਕ ਪਰੇਸ਼ਾਨ ਹੋਣਗੇ। UABU ਦੇ ਬੈਨਰ ਥੱਲੇ ਅੱਜ ਆਪਾਂ 2 ਦਿਨ ਦੀ ਹੜਤਾਲ ਜੋ ਬੈਂਕ ਮੁਲਾਜ਼ਮ ਕਰਨ ਜਾ ਰਹੇ ਹਾਂ, ਉਹ ਜੋ ਫਾਈਨੈਂਸ ਮਿਨਿਸਟਰ ਦੀ ਸਟੇਟਮੈਂਟ ਇਸ ਸਾਲ ਦੇ ਬਜਟ ਵਿੱਚ ਆਈ ਹੈ ਕਿ 2 ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇਸ ਪ੍ਰਾਈਵੇਟਾਈਜੇਸ਼ਨ ਸਰਕਾਰ ਦੇ ਇਸ ਪ੍ਰਾਈਵੇਟਾਈਜੇਸ਼ਨ ਮੂਵ ਦੇ ਅਗੇਂਸਟ 2 ਦਿਨ ਦੀ ਹੜਤਾਲ ਅਸੀਂ ਰੱਖੀ ਆ। ਇਹ ਲੰਬੀ ਸੰਘਰਸ਼ ਹੈ ਜੀ, ਲੰਬੀ ਲੜਾਈ ਹੈ। ਹਾਲੇ ਅਸੀਂ 2 ਦਿਨ ਦੀ ਹੜਤਾਲ ਰੱਖੀ ਹੈ। ਆਉਣ ਵਾਲੇ ਸਮੇਂ 'ਚ ਜੇ ਸਰਕਾਰ ਆਪਣੇ ਪਾਲਿਸੀਜ਼ ਨੂੰ ਡਿਸੀਜਨਸ ਨੂੰ ਵਾਪਸ ਨਹੀਂ ਲਏਗੀ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋਏਗਾ ਇਸ ਤੋਂ ਜ਼ਿਆਦਾ। ਇਹ ਮੋਦੀ ਸਰਕਾਰ ਦੀ ਨੀਤੀ ਹੈ ਜੀ, ਜੋ ਆਪਾਂ ਸਾਰੇ ਜਾਣਦੇ ਹਾਂ ਕਿ ਜੋ NDA ਸਰਕਾਰ ਹੈ ਸ਼ੁਰੂ ਤੋਂ ਹੀ ਪ੍ਰੋ ਕਾਰਪੋਰੇਟ ਰਹੀ ਹੈ। ਵੱਡੇ ਘਰਾਣਿਆਂ ਲਈ ਇਹ ਸਰਕਾਰ ਬਣੀ ਹੋਈ ਹੈ। ਆਮ ਲੋਕਾਂ ਦੇ ਹਿੱਤਾਂ ਦੇ ਵਿੱਚ, ਆਮ ਲੋਕਾਂ ਦੇ ਹੱਕਾਂ ਦੇ ਵਿੱਚ ਕੋਈ ਪਾਲਿਸੀਜ਼ ਨਹੀਂ ਬਣਾਈਆਂ ਜਾ ਰਹੀਆਂ। ਐਸੀ ਰੀਜ਼ਨਸ ਦੇ ਕਾਰਨ ਜੋ ਪਬਲਿਕ ਸੈਕਟਰ ਦੇ ਅਦਾਰੇ ਨੇ ਉਹ ਸਾਰੇ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਤਾਂ ਉਹਦੇ ਪ੍ਰਾਈਵੇਟਾਈਜੇਸ਼ਨ ਦੇ ਅਗੇਂਸਟ ਅਸੀਂ ਸੰਘਰਸ਼ ਕਰ ਰਹੇ ਹਾਂ। ਦੇਖੋ, ਮੈਂ ਇਹ ਵੀ ਜਾਣਦਾ ਕਿ ਅੱਜ 2 ਦਿਨ ਦੀ ਹੜਤਾਲ ਦੇ ਕਾਰਨ ਆਮ ਜਨਤਾ ਨੂੰ ਵੀ ਥੋੜੀ ਪ੍ਰੋਬਲਮ ਫੇਸ ਹੋਏਗੀ, ਬਟ ਇਹ ਜਿਹੜਾ ਸੰਘਰਸ਼ ਹੈ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਆਮ ਜਨਤਾ ਨੂੰ ਵੀ ਕਹਿਣਾ ਚਾਹੁੰਦਾ, ਅਸੀਂ ਸਿਰਫ ਆਪਣੇ ਲਈ ਸੰਘਰਸ਼ ਨਹੀਂ ਲੜ ਰਹੇ, ਅਸੀਂ ਤੁਹਾਡੇ ਲਈ ਵੀ ਸੰਘਰਸ਼ ਲੜ ਰਹੇ ਹਾਂ। ਅਸੀਂ ਜਿਹੜੀ 2 ਦਿਨ ਦੀ ਹੜਤਾਲ ਆਪਣੀ ਤਨਖਾਹਾਂ ਕਟਵਾ ਕੇ ਹੜਤਾਲ ਕੀਤੇ ਜਾ ਗਏ ਹੈਗੇ ਆ, ਤਾਂ ਇਹ ਜਿਹੜੀ ਪਬਲਿਕ ਸੈਕਟਰ ਆਮ ਲੋਕਾਂ ਦਾ ਸੈਕਟਰ ਹੈ, ਆਮ ਗਰੀਬ ਆਦਮੀ ਦਾ ਸੈਕਟਰ ਹੈ। ਲੋਕਾਂ ਨੂੰ ਥੋੜਾ ਜਿਹਾ, ਆਮ ਜਨਤਾ ਨੂੰ ਇਸ ਚੀਜ਼ ਦਾ ਥੋੜੀ ਜਿਹੀ ਪ੍ਰੋਬਲਮ ਫੇਸ ਹੋਏਗੀ, ਬਟ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਇਸ ਲੜਾਈ ਦੇ ਵਿੱਚ ਸਾਡੇ ਨਾਲ ਖੜਨ, ਕਿਉਂਕਿ ਪ੍ਰਾਈਵੇਟਾਈਜੇਸ਼ਨ ਜਿਹੜੇ ਇਫੈਕਟ ਹੈ ਉਹ ਸਿਰਫ ਸਾਡੇ ਉੱਪਰ ਨਹੀਂ ਪੈਣੇ, ਉਹ ਆਮ ਲੋਕਾਂ ਦੇ ਉੱਪਰ ਹੀ ਪੈਣਗੇ। ਚਾਹੇ ਉਹ ਸਰਵਿਸ ਚਾਰਜਿਸ ਇਨਕਰੀਜ਼ ਕਰਕੇ ਹੋਣਗੇ, ਜੋ ਐਗਰੀਕਲਚਰ ਲੋਨ ਆ ਉਹ ਵੀ ਘੱਟ ਦਿੱਤੇ ਜਾਣਗੇ, ਐਜੂਕੇਸ਼ਨ ਲੋਨ ਜੋ ਸਿਰਫ ਪਬਲਿਕ ਸੈਕਟਰ ਹੀ ਕਰ ਰਿਹਾ, ਕੋਈ ਪ੍ਰਾਈਵੇਟ ਸੈਕਟਰ ਨਹੀਂ ਕਰ ਰਿਹਾ, ਉਹਦੇ ਲਈ ਇਹ ਲੜਾਈ ਲਿੱਤੀ ਹੈ। ਮੇਰੀ ਆਮ ਜਨਤਾ ਨੂੰ ਵੀ ਅਪੀਲ ਹੈ ਕਿ ਸਾਡੇ ਸੰਘਰਸ਼ ਦੇ ਸਾਡੇ ਨਾਲ ਜੁੜਨ। देखिए, मोस्टली जी NPS अकाउंट्स ने वो वड्डे घरानिਆਂ ਦੇ अकाउंट्स ने जो कि विलफुल डिफॉल्टर की लिस्ट ਦੇ ਵਿੱਚ ਆਉਂਦੇ ਨੇ। ਜੇ ਸਰਕਾਰ ਚਾਹੇ ਤਾਂ ਇਹਨਾਂ ਵਿਲਫੁਲ ਡਿਫਾਲਟਰਾਂ ਦੇ ਅਗੇਂਸਟ ਇੱਕ ਕਾਨੂੰਨ ਵੀ ਬਣਾ ਸਕਦੀ ਹੈ। ਕ੍ਰਿਮੀਨਲ ਅਸੀਂ ਤਾਂ ਸ਼ੁਰੂ ਤੋਂ ਹੀ ਮੰਗ ਕਰਦੇ ਹਾਂ ਕਿ ਵਿਲਫੁਲ ਡਿਫਾਲਟਰਾਂ ਦੇ ਅਗੇਂਸਟ ਇੱਕ ਕਾਨੂੰਨ ਲਿਆ ਜਾਵੇ, ਜਿਹਨਾਂ ਕਰਕੇ ਇਹਨਾਂ ਦੀ ਵਿਲਫੁਲ ਡਿਫਾਲਟ ਹੋਣ ਦੀ ਜਿਹੜੀ ਮਨਸ਼ਾ ਬਿਲਕੁਲ ਦੂਰ ਹੋ ਜਾਵੇ। ਮੈਂ ਤੁਹਾਨੂੰ ਪਹਿਲਾਂ ਵੀ ਇਸ ਚੀਜ਼ ਨੂੰ ਦੱਸਿਆ ਹੈ, ਇਹ ਹਾਲੇ 2 ਦਿਨ ਦੀ ਹੜਤਾਲ ਹੈ। ਅਸੀਂ ਸੰਘਰਸ਼ ਬਹੁਤ ਲੰਬਾ ਚੱਲੇਗਾ। ਜੇ सरकार अपनी नीतियों को वापस नहीं लेगी, साडा संघर्ष होर तिखा तो तिखा होता जाएगा। बैंक की आज स्ट्राइक है। देश भर के बैंकों में 10 लाख हमारे बैंक एम्प्लॉयज़ हैं जो धरने पे बैठे हैं, डेमोन्स्ट्रेशंस कर रहे हैं। भारत सरकार की जो इन्होंने पॉलिसी बना रहे हैं डिसइन्वेस्टमेंट और प्राइवेटाइजेशन की, उसके विरोध के लिए हम लोग यहाँ पे इकट्ठे हुए हैं। आज और कल दोनों दिन हम लोग बैंक स्ट्राइक्स पे रहेंगे। लगातार धरने प्रदर्शन किए जाते हैं, फिर भी कोई मंग नहीं जाती, मेरी बैंक निजीकरण
प्राइवेटाइजेशन हम अपना संघर्ष जारी रखेंगे जब तक हमारी मांगें पूरी नहीं होती हैं। हम चाहते हैं कि कोई भी बैंक निजीकरण के चंगुल में ना फंसे। इससे आम जनता का सबसे ज़्यादा नुकसान होगा। जो आम तबके का निजी लोअर लेवल का जो तबका है, व्यापारी है और किसान है, वो सब इसमें मारे जाएंगे। उनको बैंकों से जो लोन की सहूलतें मिलती हैं, कम ब्याज पे, कम रेट ऑफ इंटरेस्ट में, प्रोसेसिंग चार्जेस कम होते हैं, वो प्राइवेट बैंक से नहीं मिलेंगे उन्हें। जो आम इंसान है, जो लोअर तबके का जनता है, वो प्रेफर करती है पब्लिक सेक्टर बैंक्स में जाने की, ना कि प्राइवेट सेक्टर बैंक्स में जाने की। ना उनके पास इतना पैसा होता है कि 10,000 रुपये दे के वो प्राइवेट सेक्टर के बैंक्स में अपना खाता खुलवा सकें। तो वो करते हैं, कोशिश करते हैं कि वो पब्लिक सेक्टर को ही प्रेफरेंस देते हैं। सरकार कहती है एनपीए हो रहे हैं बैंक में, इसलिए हम प्राइवेटाइजेशन की तरफ बढ़ रहे हैं। देखिए, एनपीए होने के पीछे प्राइवेटाइजेशन से एनपीए कम नहीं होगा। जो नीतियाँ लागू हुई हैं डीमोनेटाइजेशन के टाइम, आप देखिएगा सबसे ज़्यादा नुकसान निचले वर्ग के व्यापारी को, खुदरा वर्ग के व्यापारी को हुआ था और उसी की वजह से अभी तक वो लाइन में नहीं आ पाए, प्रोग्रेस नहीं कर पाए हैं। फिर ये कोरोना का काल आ गया, तो ये एनपीए होने का जिम्मेवार बैंक नहीं है, ये गवर्नमेंट की पॉलिसीज़ हैं। और जो हो रहा है वो एनपी के जिम्मेदार बैंक कर्मचारी कैसे हो सकते हैं? हम लोग तो कोशिश करते हैं, हमारे तो बैंक ऑफिसर्स संडे को भी जाके रिकवरी करते हैं, कैंप्स लगाते हैं। हमारे यहाँ से जी तोड़ मेहनत की जाती कि एनपीए ना हो, परंतु बंदे की जेब ही अगर नहीं देती है साथ, तो उसमें बैंक क्या कर लेगा बताइए? निजीकरण वो करना चाहती है ताकि वो अपने जो पैसे हैं डिसइन्वेस्टमेंट करके वो निजी हाथों में दे सके, कॉरपोरेट हाथों में दे सके। हमें समझ में नहीं आता है बैंकों को निजीकरण करने से भारत सरकार क्या लाभ कमाना चाहती है। अभी कितने जो रेल है अंबानी और अडानियों को दे दिया गया है, एयरवेज हैं वो दे दिया गया है। इन सब चीज़ों से देश का विकास तो नहीं हो सकता ना। भारत का विकास तो उसमें है जब आम गरीब जनता विकास करे, जब आम जनता, अपना आम व्यापारी विकास करे, उसकी भलाई हो तभी देश फ्लरिश करेगा। इसलिए हम चाहते हैं कि निजीकरण नहीं होना चाहिए। ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਸਰਕਾਰੀ ਬੈਂਕਾਂ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਰਕਾਰੀ ਬੈਂਕਾਂ ਨੂੰ ਨਿੱਜੀਕਰਨ ਦੇ ਨਾਲ-ਨਾਲ ਸਰਕਾਰੀ ਬੈਂਕ ਕਰਮਚਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਿਹੜਾ ਧਰਨਾ ਆ, ਸਾਰੀ ਰੇਲਵੇ ਦੀਆਂ ਜਿੰਨੀਆਂ ਯੂਨੀਅਨ ਹਨ ਉਹਨਾਂ ਦੇ ਨਾਲ ਮਿਲ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਆ, ਕਿਉਂਕਿ ਮਹਿੰਗਾਈ ਇੰਨੀ ਵੱਧ ਗਈ ਆ, ਦੇਸ਼ ਦੇ ਵਿੱਚ ਨਿੱਜੀਕਰਨ ਹੋ ਗਿਆ ਆ, ਸਾਰਾ ਹੀ ਨਿੱਜੀਕਰਨ ਹੋ ਗਿਆ। ਪੈਟਰੋਲ, ਡੀਜ਼ਲ, ਗੈਸ, ਤੁਸੀਂ ਦੇਖੋ ਵੀ ਕਿੱਥੇ ਕਿੱਥੇ ਜਿਹੜੀਆਂ ਇਹਦੀਆਂ ਕੀਮਤਾਂ ਜਿਹੜੀਆਂ ਚਲੇ ਗਈਆਂ, ਜਿਹਦੇ ਨਾਲ ਹਰ ਵਰਗ ਦੇ ਉੱਤੇ ਜਿਹੜਾ ਉਹਦਾ ਅਸਰ ਪੈ ਰਿਹਾ। ਕਿਉਂਕਿ ਜੇ ਤੇਲ ਡੀਜ਼ਲ ਮਹਿੰਗੇ ਆ, ਭਾੜੇ ਵਧਣਗੇ, ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਸੋ ਗੱਲ ਇਹ ਆ, ਮੈਂ ਅੱਜ ਥੋੜ੍ਹਾ ਜਿਹਾ ਇਹੋ ਹੀ ਗੱਲ ਸ਼ਾਰਟ 'ਚ ਕਹਿਣੀ ਆ ਵੀ ਮੋਦੀ ਸਰਕਾਰ ਨੇ ਦੇਸ਼ ਦਾ ਛੱਡਿਆ ਹੀ ਕੱਖ ਨਹੀਂ, ਜਿਹਦੇ ਵਿੱਚ ਰੇਲਵੇ ਦਾ ਨਿੱਜੀਕਰਨ ਹੋ ਚੁੱਕਾ। ਤੁਹਾਨੂੰ ਪਤਾ ਅਡਾਨੀ ਅੰਬਾਨੀ ਨੇ ਕਰ ਲਿਆ। ਜਿਹੜੀਆਂ ਬੰਦਰਗਾਹਾਂ, ਸਮੁੰਦਰੀ ਬੰਦਰਗਾਹਾਂ ਸੀ, ਉਹਨਾਂ ਦਾ ਵੀ ਨਿੱਜੀਕਰਨ ਕਰ ਦਿੱਤਾ ਗਿਆ। ਹਵਾਈ ਅੱਡਿਆਂ ਦਾ ਨਿੱਜੀਕਰਨ ਕਰ ਦਿੱਤਾ ਗਿਆ। BSNL ਦਾ ਨਿੱਜੀਕਰਨ ਕਰ ਦਿੱਤਾ ਗਿਆ। LIC ਦਾ ਨਿੱਜੀਕਰਨ ਕਰ ਦਿੱਤਾ ਗਿਆ। ਈਵਨ ਇੱਥੋਂ ਤੱਕ ਜਿਹੜੇ ਬੈਂਕ ਸੀਗੇ, ਜਿਹੜੇ ਕਿ ਬੜੀ ਜਦੋਜਹਿਦ ਕਰਕੇ ਜਿਹੜੇ ਆ ਉਹ ਨੈਸ਼ਨਲਾਈਜ਼ ਕੀਤੇ ਗਏ ਸੀਗੇ, ਉਹਨਾਂ ਦਾ ਵੀ ਨਿੱਜੀਕਰਨ ਹੋ ਗਿਆ ਵਾ। ਬਸ ਸਾਰਿਆਂ ਦਾ ਤਕਰੀਬਨ। ਸਿਰਫ ਤੇ ਸਿਰਫ ਮੈਨੂੰ ਤੇ ਕਈ ਵਾਰ ਮੈਂ ਬੜਾ ਸੋਚਦਾ ਵੀ ਇਹ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ, ਵੀ ਇਹ ਸਾਡੇ ਦੇਸ਼ ਦੇ ਰਾਜੇ ਕਿਸ ਤਰ੍ਹਾਂ ਦੇ ਆ ਵੀ ਜਿਹੜੇ ਸਿਰਫ ਤੇ ਸਿਰਫ ਐਵੇਂ 2-4 ਪਰਿਵਾਰਾਂ ਨੂੰ ਸਾਰਾ ਕੁਝ ਜਿਹੜਾ ਦੇ ਰਹੇ ਆ। ਬਾਕੀ ਜਿਹੜੀ ਜਨਤਾ ਵਾ ਇੱਥੇ ਇੰਨੀ ਭੁੱਖਮਰੀ ਪਈ ਆ, ਲੋਕਾਂ ਨੂੰ ਆਪਣੀ ਲਾਲੇ ਪਏ ਆ ਰੋਟੀ ਕਮਾਉਣ ਦੇ, ਖਾਣ ਦੇ, ਪਰ ਸਰਕਾਰ ਵੀ ਚਾਹੁੰਦੀ ਵੀ ਇਹਨਾਂ ਨੂੰ ਇਹੋ ਪਾਸੇ ਲਾ ਕੇ ਰੱਖਿਆ ਜਾਏ, ਸਾਡੇ ਵੱਲ ਧਿਆਨ ਹੀ ਨਾ ਦੇਣ। ਸਰਕਾਰ ਵੀ ਚਾਹੁੰਦੀ ਆ, ਕਿਉਂਕਿ ਉਲਝਾ ਕੇ ਰੱਖਿਆ ਵਾ ਵੀ ਇਹਨੇ ਰੋਟੀ ਪਾਣੀ ਵਾਸਤੇ ਉਲਝੇ ਰਹਿਣ, ਬਾਕੀ ਕਿਸੇ ਨੂੰ ਗੱਲ ਹੀ ਨਾ ਕਰਨ ਦੇਣ। ਸੋ ਮੈਂ ਗੱਲ ਕਰਦਾ ਵੀ ਇਹ ਮੋਦੀ ਸਰਕਾਰ ਜਿਹੜੀ ਆ, BJP ਦੀ ਸਰਕਾਰ ਆ, ਇਹ ਸੋਚਦੀ ਕੀ ਆ, ਇਹ ਕਿਹੜੇ ਪਾਸੇ ਦੇਸ਼ ਨੂੰ ਲੈ ਕੇ ਜਾ ਰਹੀ ਆ। ਦੂਸਰੀ ਗੱਲ, ਇੱਕ ਮੈਂ ਬੜੀ ਵੱਡੀ ਗੱਲ ਤੁਹਾਨੂੰ ਕਹਿਣ ਲੱਗਾ
ਜੇ ਦੇਸ਼ ਦੀ ਕਿਸਾਨੀ ਤੇ ਮਜ਼ਦੂਰੀ ਆ ਨਾ, ਉਹ ਇੱਕ ਵਰਗ ਵੱਖਰਾ ਹੀ ਆ, ਨਾ ਉਹ ਮੱਧ ਵਰਗ 'ਚ ਆਉਂਦਾ ਨਾ ਉੱਪਰਲਿਆਂ 'ਚ ਆਉਂਦਾ, ਉਹ ਵਿਚਾਰਾ ਪਿਛੜਿਆਂ ਸਾਰਿਆਂ ਥੱਲੇ ਆਉਂਦਾ। ਜਿਹੜੇ ਮਜ਼ਦੂਰ ਤੇ ਕਿਸਾਨ ਆ ਉਹ ਸਾਰਾ ਉਪਜ ਕਰਕੇ ਸਾਰਾ ਕੁਝ ਦੇਸ਼ ਨੂੰ ਬਣਾ ਕੇ ਵੀ ਦਿੰਦੇ ਆ, ਪਰ ਜੇਕਰ ਉਹ ਕੋਈ ਐਜੀਟੇਸ਼ਨ ਕਰਦੇ ਆ, ਪਰ ਵੇਖੋ ਕਿੱਡੀ ਵੱਡੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ, ਪਰ ਉਹਨਾਂ ਤੇ ਲਾਠੀ ਚਾਰਜ ਕਰਨ ਵਾਲੇ, ਉਹਨਾਂ ਤੇ ਗੋਲੀਆਂ ਚਲਾਉਣ ਵਾਲੇ, ਉਹਨਾਂ ਤੇ ਸਾਰਾ ਕੁਝ ਕਰਨ ਵਾਲੇ ਵੀ ਉਹਨਾਂ ਦੇ ਬੱਚੇ ਆ। ਉਹਨਾਂ ਨੂੰ ਚਾਰ ਸਵੇਰੇ ਵਰਤਿਆ ਜਾ ਰਿਹਾ ਵਾ ਵੀ ਤੁਸੀਂ ਆਪਣਿਆਂ ਨੂੰ ਆਪ ਹੀ ਮਾਰਨਾ ਤੇ ਬਸ ਕੋਈ ਗੱਲ ਨਹੀਂ, ਅਸੀਂ ਪਾਸੇ ਰਹਿਣਾ ਵਾ। ਸੋ ਇਹ ਬਹੁਤ ਵੱਡੀ ਇੱਕ ਸਮਝਣ ਦੀ ਗੱਲ ਆ ਸਾਡੇ ਵਾਸਤੇ ਵੀ ਇਹ ਜਿਹੜੀ ਮੋਦੀ ਸਰਕਾਰ ਆ, ਇਹਦੇ ਤੋਂ ਆਪਾਂ ਛੁਟਕਾਰਾ ਕਿਵੇਂ ਪਾਉਣਾ। ਜਿੰਨਾ ਚਿਰ ਕਿ ਤੋਂ ਛੁਟਕਾਰਾ ਨਹੀਂ ਪੈਂਦਾ ਉਹਨਾਂ ਚਿਰ ਤੱਕ ਸਾਡੇ ਦੇਸ਼ ਦੀ ਹਾਲਤ ਨਹੀਂ ਸੁਧਰ ਸਕਦੀ। ਸੋ ਜੈ ਜਨਤਾ, ਜੈ ਭਾਰਤ, ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ, ਰੇਲਵੇ ਯੂਨੀਅਨ ਜਿੰਦਾਬਾਦ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਬੰਦ ਰਹੇ ਸੀ ਅਤੇ ਹੁਣ ਸੋਮਵਾਰ ਅਤੇ ਮੰਗਲਵਾਰ ਨੂੰ ਬੈਂਕਾਂ ਦੀ ਹੜਤਾਲ ਹੈ, ਜਿਸ ਦੇ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਪਟਿਆਲਾ ਤੋਂ ਕਮਲ ਦੂਆ, ਲੁਧਿਆਣਾ ਤੋਂ ਰਜਿੰਦਰ ਅਰੋੜਾ, ਧੂਰੀ ਤੋਂ ਮੁਹੰਮਦ ਜਮੀਲ ਅਤੇ ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।